ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ ਉਪਰੰਤ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ ਇਹ ਇਸ ਵੇਲੇ ਕਰਨੀ ਹੈ। ਮੂਲ ਪਾਠ ਭਾਈ ਸਾਹਿਬ ਭਾਈ ਜੈ ਕ੍ਰਿਸ਼ਨ ਸਿੰਘ ਜੀ ਬੜੇ ਰੰਗ ਰਸ ਵਿੱਚ ਪਿਆਰ ਨਾਲ ਉਹਨਾਂ ਨੇ ਆਪ ਨੂੰ ਸ਼ਬਦ ਸਰਵਣ ਕਰਵਾਇਆ ਹੈ। ਸ਼ਬਦ ਦਾ ਮੁੱਖ ਭਾਵ ਹੈ ਹਰ ਚਰਨੀ ਜਾਂ ਕਾ ਮਨ ਲਗਾ ਦੁਖ ਦਰਦ ਭ੍ਰਮ ਤਾਂਕਾ ਭਾਗਾ। ਪਰਮਾਤਮਾ ਦੇ ਚਰਨਾਂ ਨਾਲ ਜਿਸ ਦਾ ਮਨ ਜੁੜ ਗਿਆ ਉਸ ਦਾ ਦਰਦ ਦੁੱਖ ਭਰਮ ਦੌੜ ਗਿਆ। ਹਰ ਧਨ ਕੋ ਵਪਾਰੀ ਪੂਰਾ ਜਿਸੇ ਨਿਵਾਜੇ ਸੋ ਜਨ ਸੂਰਾ ਰਹਾਓ। ਹਰੀ ਦੇ ਧਨ ਦਾ ਵਪਾਰੀ ਪੂਰਾ ਵਪਾਰੀ ਕੌਣ ਹੈ? ਆਪ ਨੂੰ ਪਤਾ ਮਾਮੂਲੀ ਸੌਦਾ ਲੈਣ ਵਾਲੇ ਵੇਚਣ ਵਾਲੇ ਉਹ ਵੀ ਵਪਾਰੀ ਅਖਵਾਉਂਦੇ ਨੇ। ਪਸ਼ੂ ਵੇਚਣ ਵਾਲੇ ਉਹ ਵੀ ਉਹਨਾਂ ਨੂੰ ਵੀ ਵਪਾਰੀ ਕਹਿੰਦੇ ਆ। ਵਿਦੇਸ਼ਾਂ ਵਿੱਚ ਜਿਨ੍ਹਾਂ ਦਾ ਮਾਲ ਜਾਂਦਾ ਉਹਨਾਂ ਨੂੰ ਵੀ ਵਪਾਰੀ ਕਹਿੰਦੇ ਆ। ਕੌਡੀਆਂ ਵੇਚਣ ਵਾਲੇ ਵੀ ਵਪਾਰੀ ਨੇ, ਹੀਰੇ ਵੇਚਣ ਵਾਲੇ ਵੀ ਵਪਾਰੀ ਨੇ। ਫਰਕ ਇੰਨਾ ਕੁ ਹੈ ਕੋਈ ਛੋਟਾ ਵਪਾਰੀ ਹੈ ਕੋਈ ਵੱਡਾ ਵਪਾਰੀ ਹੈ। ਪਰ ਪੂਰਾ ਵਪਾਰੀ ਕੌਣ ਹੈ? ਜਿਸ ਨੂੰ ਨਾ ਕਿਹਾ ਜਾ ਸਕੇ ਕਿ ਛੋਟਾ ਨਾ ਵੱਡਾ, ਪੂਰਾ। ਪੂਰੇ ਦਾ ਅਰਥ ਹੈ ਜਿਸ ਵਿੱਚ ਕੋਈ ਉਕਾਈ ਨਹੀਂ, ਕੋਈ ਊਣਤਾਈ ਨਹੀਂ, ਕੋਈ ਘਾਟ ਨਹੀਂ। ਨਾ ਤੇ ਉਸ ਵਿੱਚ ਕੁਛ ਪਾ ਕੇ ਉਸ ਨੂੰ ਵੱਡਾ ਕੀਤਾ ਜਾ ਸਕਦਾ, ਨਾ ਉਸ ਵਿੱਚੋਂ ਕੁਛ ਕੱਢ ਕੇ ਉਹਨੂੰ ਘਟਾਇਆ ਜਾ ਸਕਦਾ ਹੈ, ਕਿਉਂਕਿ ਸ਼ਬਦ ਆ ਗਿਆ ਪੂਰਾ। ਪੂਰਾ ਵਪਾਰੀ ਉਹ ਹੈ ਜੋ ਪੂਰੇ ਦਾ ਵਪਾਰ ਕਰਦਾ ਹੈ। ਤੇ ਹੁਣ ਪੂਰਾ ਕੌਣ ਹੈ? ਪਰਮਾਤਮਾ। ਪੂਰਾ ਹੈ ਨਿਰੰਕਾਰ। ਸਤਿਗੁਰਾਂ ਇਹ ਸ਼ਬਦ ਵਰਤਿਆ, ਪੂਰਾ ਪ੍ਰਭ ਆਰਾਧਿਆ, ਪੂਰਾ ਜੰ ਕਾ ਨਾਉ। ਜਿਸ ਦਾ ਨਾਉ ਨਾਮਣਾ ਵੱਡਾ ਹੈ, ਵਡਿਆਈ ਵੱਡੀ ਹੈ, ਜਿਸ ਤੋਂ ਵੱਡਾ ਹੋਰ ਕੋਈ ਨਹੀਂ। ਪੂਰਾ ਪ੍ਰਭ ਆਰਾਧਿਆ, ਪੂਰਾ ਜੰ ਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪੂਰੇ ਦੇ ਗੁਣਾਂ ਦਾ ਗਾਇਨ ਕਰੋ। ਮਾਰਗ ਵੀ ਸਾਨੂੰ ਦੱਸ ਦਿੱਤਾ ਕਿ ਪੂਰੇ ਦੇ ਵਪਾਰੀ ਅਸੀਂ ਕਿਵੇਂ ਬਣੇ। ਉਹ ਕਹਿੰਦੇ ਨੇ ਗੁਣ ਗਾ ਕੇ। ਇਸੇ ਲਈ ਗੁਣ ਗਾਉਣ ਦੀ ਤਾਕੀਦ ਦਿਨ ਰਾਤ ਕਰਦੇ ਹਨ ਸਾਹਿਬ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ। ਤੇ ਕੀ ਕਰਾਂ ਮੈਂ? ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸਾਡੇ ਮਨ 'ਚ ਬੜੇ ਚਾਅ ਨੇ, ਨਵੇਂ ਤੋਂ ਨਵੇਂ ਚਾਅ। ਕੁਝ ਵੇਖਣ ਦਾ ਚਾਅ, ਕੁਝ ਸੁਣਨ ਦਾ ਚਾਅ, ਕੁਝ ਪਹਿਨਣ ਦਾ ਚਾਅ, ਕੁਝ ਖਾਣ ਦਾ ਚਾਅ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੇਰਾ ਤੇ ਇੱਕ ਹੀ ਚਾਅ ਹੈ। ਉਹ ਚਾਅ ਕਿਹੜਾ ਹੈ? ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਦੁਨੀਆ ਦਾ ਕੋਈ ਵੀ ਕਰਮ ਹੈ, ਉਸ ਕਰਮ ਨੂੰ ਕਰਦਿਆਂ ਜੇ ਇੱਕ ਹੀ ਕੰਮ ਕਰਦੇ ਰਹੋ ਬੰਦਾ ਅੱਕ ਵੀ ਜਾਂਦਾ, ਥੱਕ ਵੀ ਜਾਂਦਾ। ਉਸ ਨੂੰ ਛੱਡ ਕੇ ਕਹਿੰਦਾ ਘੜੀ ਸਾਹ ਹੀ ਲੈ ਲਵਾਂ। ਇਹ ਲਗਾਤਾਰ ਕੌਣ ਕਰੇ? ਇੱਕ ਹੀ ਕੰਮ ਐਸਾ ਜਿਸ ਨੂੰ ਕਰਦਿਆਂ ਨਾ ਕੋਈ ਅੱਕਿਆ ਨਾ ਕੋਈ ਥੱਕਿਆ ਤੇ ਨਾ ਕਿਹਾ ਘੜੀ ਵਾਸਤੇ ਛੱਡ ਦੇਵਾਂ। ਉਹ ਕਿਹੜਾ?
ਉਹ ਕਹਿੰਦੇ ਨੇ ਤੈਸੇ ਪ੍ਰੇਮ ਰਸੇ ਰਸ ਕਰ ਸਾਲ ਸੰਤ, ਘਟਤ ਨ ਤ੍ਰਿਸ਼ਨਾ ਪਰਬਲ ਅੰਗ ਅੰਗ ਕੀ। ਰੱਬ ਦੇ ਪਿਆਰੇ ਨਾਮ ਜਪਦੇ ਕਦੀ ਨਹੀਂ ਥੱਕੇ, ਗੁਣ ਗਾਉਂਦੇ ਕਦੀ ਨਹੀਂ ਥੱਕੇ, ਉਸ ਦੀ ਯਾਦ ਕਰਦੇ ਕਦੀ ਨਹੀਂ ਥੱਕੇ। ਨਾਲ ਇੱਕ ਗੱਲ ਹੋਰ ਕਹਾਂ, ਉਹ ਵੀ ਪਿਆਰਿਆਂ ਨੂੰ ਪਿਆਰ ਕਰਦਾ ਕਦੀ ਨਹੀਂ ਥੱਕਿਆ, ਜਿੰਨੇ ਮਰਜ਼ੀ ਹੋ ਜਾਣ। ਇੱਕ ਸੱਜਣ ਨੇ ਇੱਕ ਵਾਰ ਇੱਕ ਤਰਕ ਨਾਲ ਗੱਲ ਕੀਤੀ ਸੀ, ਉਹ ਸੁਣਾਉਣੀ ਬੜੀ ਜ਼ਰੂਰੀ ਹੈ। ਕਹਿਣ ਲੱਗਾ, ਗਿਆਨੀ ਜੀ 52 ਕੈਦੀ ਰਾਜੇ ਸਨ ਗਵਾਲੀਅਰ ਵਿੱਚ, ਤੇ ਸਤਿਗੁਰਾਂ ਨੇ 52 ਕਲੀਆਂ ਵਾਲਾ ਚੋਲਾ ਬਣਾ ਲਿਆ ਤੇ ਇੱਕ ਇੱਕ ਫੜਾ ਕੇ ਬਾਹਰ ਲੈ ਆਏ, ਕਿਉਂਕਿ ਜਹਾਂਗੀਰ ਦਾ ਫਰਮਾਨ ਸੀ ਸਤਿਗੁਰੂ ਦਾ ਪੱਲਾ ਫੜ ਕੇ ਜਿੰਨੇ ਕੁ ਬਾਹਰ ਨਿਕਲ ਸਕਦੇ ਨੇ ਉਹ ਕੱਢ ਦਿਓ। ਤੇ ਜੇ 52,000 ਹੁੰਦੇ ਤੇ ਫੇਰ ਸਤਿਗੁਰੂ ਕੀ ਕਰਦੇ, ਚੋਲਾ ਕਿੱਡਾ ਕੁ ਬਣਾਉਂਦੇ। ਤੁਹਾਨੂੰ ਕਿਹਾ ਸਜਣਾ 52,000 ਕੀ ਸਾਰੀ ਦੁਨੀਆ ਵੀ ਆ ਜਾਏ, ਮੇਰੇ ਸਤਿਗੁਰੂ ਦਾ ਚੋਲਾ ਏਡਾ ਵੱਡਾ ਹੈ ਕਿ ਸਾਰਿਆਂ ਨੂੰ ਰਿਹਾ ਕਰਵਾ ਦੇਵੇ, ਸਾਰਿਆਂ ਨੂੰ ਬਾਹਰ ਲੈ ਆਵੇ। ਭਾਈ ਨੰਦ ਲਾਲ ਜੀ ਤਾਂ ਹੀ ਕਹਿੰਦੇ ਨੇ ਸਾਰੀ ਦੁਨੀਆ ਹੀ ਕੈਦ ਵਿੱਚ ਹੈ। ਦੁਨੀਆ ਹੀ ਨਹੀਂ, ਉਹ ਕਹਿੰਦੇ ਨੇ ਮੈਂ ਵੀ ਕੈਦ ਵਿੱਚ ਹਾਂ, ਤੇ ਕਿਰਪਾ ਕਰ ਮੈਂ ਤੇਰੇ ਦਰ ਤੋਂ ਮੰਗਣਾ, ਦੇ ਰਹਾ ਇਹ ਬੰਦਾ ਰਾਜ਼ ਕੈਦ ਗਮ, ਗਮ ਦੀ ਕੈਦ ਤੋਂ ਸਾਨੂੰ ਰਿਹਾ ਕਰਵਾ, ਕਿਰਪਾ ਕਰ। ਤੇ ਸਤਿਗੁਰੂ ਕਹਿੰਦੇ ਨੇ ਬਸ ਇੱਕ ਹੀ ਮਾਰਗ ਹੈ, ਉਹ ਮਾਰਗ ਮੈਂ ਅਪਣਾਇਆ ਉਹੀ ਤੁਸੀਂ ਅਪਣਾਓ। ਸਿਮਰੋ, ਇਹਨੂੰ ਸਿਮਰੋ ਹਾਹੇ ਨਾਲ ਨਹੀਂ ਬੋਲਣਾ ਕਿਉਂਕਿ ਊੜਾ ਹੈ ਉੱਥੇ। ਮੈਂ ਸਿਮਰਾਂ, ਸਿਮਰਾਂ ਸਿਮਰ ਸਿਮਰ ਸੁਖ ਪਾਵੂੰ, ਕਲ ਕਲੇਸ਼ ਤਨ ਮਾਹੇ ਮਿਟਾਵੂੰ। ਜਿਉਂ ਜਿਉਂ ਮੈਂ ਯਾਦ ਕਰਦਾ ਹਾਂ ਆਨੰਦ ਆਉਂਦਾ, ਜਿਉਂ ਜਿਉਂ ਯਾਦ ਕਰਦਾ ਹਾਂ ਇਹ ਪਿਆਸ ਬੁਝਦੀ ਨਹੀਂ ਹੋਰ ਜਾਗਦੀ ਹੈ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮੈਂ ਅਗਨੇ ਉੱਠੀ ਦਿਖਾਏ, ਹੋਰ ਪਿਆਸ ਜਾਗਦੀ ਹੈ। ਸਾਹਿਬ ਜੀ ਇੱਥੇ ਫਰਮਾ ਰਹੇ ਨੇ, ਕਹਿੰਦੇ ਨੇ ਜਿਨ੍ਹਾਂ ਨੂੰ ਪੂਰੇ ਦੇ ਨਾਲ ਲਗਾਓ ਪੈਦਾ ਹੋ ਗਿਆ, ਉਹਨਾਂ ਨੇ ਨਾਮ ਤਨ ਦਾ ਵਣਜ ਕੀਤਾ ਤੇ ਦੂਸਰਿਆਂ ਨੂੰ ਕਿਹਾ ਤੁਸੀਂ ਵੀ ਆ ਜਾਓ। ਪ੍ਰਮਾਣ ਵਜੋਂ ਕੁਝ ਪੰਕਤੀਆਂ ਤੁਹਾਨੂੰ ਸੁਣਾ ਦਿਆਂ। ਕਿਨਹੀ ਬਣਜਿਆ ਕਾਂਸੀ ਤਾਂਬਾ, ਇਹਨੂੰ ਛੇਤੀ 'ਚ ਕਈ ਵਾਰੀ ਕਾਂਸ਼ੀ ਪੜ੍ਹ ਜਾਂਦੇ। ਕਾਂਸ਼ੀ ਤੇ ਨਗਰ ਦਾ ਨਾਮ ਹੈ, ਤੇ ਕਾਂਸੀ ਪੜਾਂਗੇ ਨਾ। ਜੇਕਰ ਅਸੀਂ ਸੱਸੇ ਨੂੰ ਸੱਸਾ ਹੀ ਬੁਲਾਇਆ ਕਾਂਸੀ, ਤੇ ਇਹਦਾ ਅਰਥ ਹੋਇਆ ਕੈਂ। ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਸੇ ਨੇ ਤੇ ਵਣਜਿਆ ਹੈ ਕਿ ਕੈਂ ਇੱਕ ਥਾਂ ਤੋਂ ਖਰੀਦਿਆ ਦੂਸਰੇ ਥਾਂ ਵੇਚ ਦਿੱਤਾ, ਤਾਂਬਾ ਇੱਕ ਥਾਂ ਤੋਂ ਖਰੀਦਿਆ ਦੂਸਰੇ ਥਾਂ ਤੇ ਵੇਚ ਦਿੱਤਾ। ਤੇ ਕਈਆਂ ਨੇ ਕਿਹਾ ਨਹੀਂ ਇਹ ਨਹੀਂ, ਲੌਂਗ ਸੁਪਾਰੀ ਇਹ ਜ਼ਿਆਦਾ ਵਿਕਦੇ ਨੇ। ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਤੇ ਸੰਤਾਂ ਕੀ ਲੱਦੇ ਹੈ, ਕਹਿੰਦੇ ਨੇ ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਹੀਰਾ ਹਾਥ ਚੜਿਓ ਨਿਰਮੋਲਕ, ਛੂਟ ਗਈ ਸੰਸਾਰੀ। ਅਮੋਲਕ ਹੀਰਾ ਸਾਡੇ ਹੱਥ ਚੜਿਆ। ਇੱਕ ਬਚਨ ਭਗਤ ਰਵਿਦਾਸ ਜੀ ਵੀ ਕਹਿੰਦੇ ਨੇ ਕੋ ਬਣਜਾਰੋ ਰਾਮ ਕੋ, ਹੈ ਭਾਈ ਕੋਈ ਵਪਾਰੀ, ਪਰ ਮੈਂ ਦੁਨੀਆ ਦੀਆਂ ਚੀਜ਼ਾਂ ਨਹੀਂ ਵੇਚਦਾ, ਮੈਂ ਤੇ ਨਾਮ ਦਾ ਵਪਾਰੀਆਂ। ਤੇ ਆਓ ਕਿਸੇ ਵਣਜ ਕਰਨ। ਕਹਿੰਦੇ ਨੇ ਕੋ ਬਣਜਾਰੋ ਰਾਮ ਕੋ, ਮੇਰਾ ਟਾਂਡਾ ਲਾ ਦਿਆ ਜਾਏ ਰੇ।
हों मणिजारो राम को सहज करूं व्यापार। मैं राम नाम तन लादिया बिख लादी संसार। साहब कहते ने व्यापार ते असल ए बाकी करो, धर्म की किरत करो, पर वो गुजरान समझो सदा रहन वाली नहीं। सदा रहन वाला व्यापार केड़ा? सच व्यापार करो व्यापारी, दरगह निभ है खेप तुम्हारी। ये तुहाडी खेप दरगाह तक जाएगी और निभ जाएगी। परमात्मा कहेगा शाबाश चंगा सौदा लैके आए हैं, मैनू प्रवान है। माई उहदी ते मां नूं भी शाबाश मिलेगी। माई खाट आयो कर पूता, हर धन चलते हर धन बैसे हर धन जागत सूता। एक बार भाई मरदाने नूं कोल बिठा के माता तृप्ता ने सिर ते हथ रख दिता। कहन लगी मरदानिया तू मैनू पुत्र वर्गा प्यारा है, क्योंकि नाल रहना है, किरत तू साथ दिता पूरा। एक गल मैनू दस। कहन लगे माता जी पूछो। इन्ने साल बाहर रहिंदे हो ते कदी मां नूं नानक ने याद भी कीता? बड़ा चंगा प्रश्न पूछिया। मावां पुछदियां कदी मैनू भी याद कीता? कहन लगे मां तेनू वो याद नहीं करते जदों करते ने सारी कायनात, बनस्पति घाह दियां तिड़ां, जमीन आसमान, ये सारे याद करते हैं। कहन लगे किवें? जदों कीर्तन वो करते ने ना, वो नहीं करते धरत पताल आकाश है मेरी जिंदड़िए, सब हर हर नाम ते आवे राम। पौन पानी बै संतरो मेरी जिंदड़िए, सब हर 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 जस गावे राम। कायनात गाउंदी गावण तुदनू, पौन पानी बै संतर गावे राजा धर्म दवारे। ते उदों जदों गाउंदे ने ना, सो क्यों विसरै मेरी माए साचा साहिब साचा नाए। हे मेरी मां, उस वेले ते तेरा नाम ही आउंदा, तेनू भी याद करदे ने। कहन लगी मैं धन हो गई, मैं उस पुत्र दी मां हाँ जिस दे नाल सारा ब्रह्मंड कीर्तन करदा। अकले नहीं करते, रब दे सिफत कोई करन वाला होवे सही। एक विद्वान ने कहा किसी के एक आंसू पर हजारों दिल तड़पते हैं, किसी के एक आंसू पर हजारों दिल तड़पते हैं, किसी का उम्र भर रोना यूं ही बेकार जाता है। एक गाउंदा सारा जगत गाउंदा ते वो रो पैण ते सारा जगत रोंदा। मैं रुवंदी सब जग रुना, रुनड़े वनो पंखेरू। जेकर पंखेरू भी रो पैंदे ने, पंखेरू गाउंदे क्यों नहीं? वो गाउंदे ने ते सारा जगत गाउंदा। साहब जी कहंदे ने भाई आओ नाम दे व्यापारी, आओ रल के व्यापार करिए, परमात्मा दे नाम दे हीरे वणजीए। मां नूं शाबाश मिलेगी, तन धन जनेंदी माओ आए सफल से। धन जननी जिन जाया, धन पिता प्रधान, सतगुर सेव सुख पाया, विचों गया गुमान। माई खाट आयो कर पूता, तेरा पुत्र खटी खट के आया है। माई खाट आयो कर पूता, हर धन चलते हर धन बैसे हर धन जागत सूता। उते उठंदियां बहंदियां सवंदियां सुख सोए, नानक नाम ते आया बिगड़ ना लागे कोई। साहब कहंदे ने जेड़े सौंदियां भी रब दा नाम लैंदे ने, उठते फिर रब दा नाम लैंदे ने। सौंदे वाह वाह उचरें, उठते भी वाह करें। नानक ते मुख उजले जे नित उठ संभालेन। धन ने जेड़े ये व्यापार करते ने, व्यापार ते बहुत है। ऐसे भी व्यापारी ने सौदा कोई भेजिया ते निकलिया अगे की, सौदा भेजिया सी खरा अगे निकलिया खोटा। पर काठ हूँ की हांडी ये चढ़े एक बार। भाई गुरदास जी का एक कविता,
बड़ा सुंदर है। मैं ਉਹਦੇ अर्थ ਤੇ ਕਵਿਤ ਤੁਹਾਨੂੰ ਸੁਣਾ ਹੀ ਦੇਵਾਂ। ਭਾਈ ਸਾਹਿਬ ਜੀ ਕਹਿੰਦੇ ਨੇ ਦੁਨੀਆ ਦੀਆਂ ਜਿੰਨੀਆਂ ਹੱਟੀਆਂ ਨੇ, ਵਪਾਰ ਨੇ, ਇਹ ਕੀ ਕਰਦੇ ਨੇ? ਜਦੋਂ ਲੈਂਦੇ ਨੇ ਸੌਦਾ ਸਸਤੇ ਭਾਅ, ਵੇਚਦੇ ਨੇ ਮਹਿੰਗੇ ਭਾਅ। ਜਿਹੜਾ ਕੋਲ ਆ ਜਾਵੇ ਚਾਹੁੰਦੇ ਨੇ ਜਿੰਨੇ ਪੈਸੇ ਇਹਦੇ ਕੋਲੋਂ ਲਾਏ ਜਾਣ, ਰਾਇਆ ਹੀ ਲਈਏ। ਤੇ ਕਹਿੰਦੇ ਨੇ ਜੇ ਕੋਈ ਧੋਖਾ ਕਰੇਗਾ ਤੇ ਉਹ ਲੱਕੜ ਦੀ ਹਾਂਡੀ ਇੱਕ ਵਾਰੀ ਚੜ੍ਹੇਗੀ, ਫਿਰ ਦੁਬਾਰਾ ਤੇ ਨਹੀਂ, ਉਹ ਤੇ ਸੜ ਜਾਏਗੀ। ਇੱਕ ਹੱਟੀ ਹੈ ਦੁਨੀਆ ਦੀ, ਸਿਰਫ ਇੱਕ, ਮੇਰੇ ਸਤਿਗੁਰੂ ਦੀ। ਅਵਗਣ ਲੈ ਲੈਂਦੇ ਨੇ ਤੇ ਗੁਣ ਦੇ ਦਿੰਦੇ ਨੇ। ਦੇਖੋ ਉਹ ਕਵਿਤ ਹੈ, ਆਨ ਹਾਟ ਕੇ ਹਟੂਆ ਲੇਤ ਹੈ ਘਟਾਏ ਮੋਲ, ਦੇਤ ਹੈ ਚੜਾਏ ਡਹਿਕਤ ਜੋ ਆਵੇ ਜੀ। ਡਹਿਕਤ ਦਾ ਅਰਥ ਹੁੰਦਾ ਠੱਗ ਲੈਣਾ। ਆਨ ਹਾਟ ਕੇ ਹਟੂਆ ਲੈਤ ਹੈ ਘਟਾਏ ਮੋਲ, ਦੇਤ ਹੈ ਚੜਾਏ ਡਹਿਕਤ ਜੋ ਆਵੇ ਜੋ। 300 ਬਣਜ ਕੀਏ ਬੜਤਾ ਨਾ ਪਾਵੇ ਕੋ, ਤੋਟਾ ਕੋ ਬਣਜ ਪੇਖ ਪੇਖ ਪਛਤਾਵੇ ਜੋ। काठ हूँ की हांडी जैसे चढ़े एक बार, कपट विहार किए आपे लिखावे जो। सतगुर शाह गुण देत अवगुण लेत, सुन सुन सो यस जगते उठ तावे जो। सतगुरु गुण दे देंदा, अवगुण लै लैंदा। भगत नामदेव जी दे जीवन बृतांत च कथा, एक बंदा आए कपड़े धुआ के लै जाए ते जेड़े पैसे देवे वो खोटे दे जाए, ते भगत मथे ना ला के रख लिया। हमेशा बहुत चंगा जी, धन्यवाद, मुड़ के भी तुसी आउणा। एक दिन भगत दी वाइफ पत्नी नूं दिते ते उन्हें वेख के ना, भगत वेखदे ही नहीं सन, लैके रख लिया। वेखिया ते कहन लगे तू दाना प्रधाना बंदा जापना है, एक गल दस, असी तेरी मैल कढ़ी, तेरे कपड़े धोते ते आ मेहनत पैसे खोटे दे के जाग रहे हैं। बड़ी शर्म आई ते उन्हें खरे दे दिते। ते भगत जी आए ते उन्होंने दसिया, कहन लगे खोटे पैसे दे के जांदा है? ते कहन लगे वो तो रोज़ ही दे के जांदा है, उहदा ते काम ही है, ते तुसी रख लैंदे हो? कहन लगे हाँ। ते करदे की सो? टोया कढ़ के दब देंदा असां। चलो कुछ तो खोट मुक्का, किसे होर दे मथे मड़ेगा, साडे ही सही, रब दे लेखे सेवा पै गई। धन ने भगत सतगुर शाह गुण देत अवगुण लेत। इत्थे आके एक ही दुकान है, दे जाओ अवगुण सारे, छड़ जाओ काम क्रोध लोभ मोह हंकार, छड़ जाओ इत्थे आसा तृष्णा, लै जाओ इत्थों नाम। ਜਿਹੜਾ ਸਦਾ ਹੀ ਲੋਕ ਪਰਲੋਕ ਚੱਲਦਾ, ਖੋਟੇ ਸਿੱਕੇ ਦੇ ਜਾਓ, ਖਰੇ ਸਿੱਕੇ ਇਥੋਂ ਲੈ ਜਾਓ। ਸਤਿਗੁਰੂ ਕਹਿੰਦੇ ਨੇ ਹਰ ਧਨ ਕੋ ਵਪਾਰੀ ਸੂਰਾ। ਹਰੀ ਦੇ ਧਨ ਦਾ ਜਿਹੜਾ ਵਪਾਰੀ ਹੈ, ਹਰ ਧਨ ਕੋ ਵਪਾਰੀ ਪੂਰਾ, ਉਹ ਹੈ ਪੂਰਾ ਵਪਾਰੀ। ਪਰ ਪੂਰਾ ਕੋ ਆਪਣੇ ਯਤਨ ਨਾਲ ਨਹੀਂ ਬਣਦਾ, क्योंकि रब किसी मेहनत नाल घाल नाल नहीं मिलता। मैं बाणी चो सबूत तुहाडे सामने रखांगा। फिर सवाल यह घाल लई क्यों कहा है, तो घाल करनी छड्ड दईए। गुर सतगुर का जो सिख खाए सो भलके उठे हर नाम ते आवे, उदम करे भलके प्रभाती इशनान करे, अमृतसर नावे कादे वास्ते है? सतगुरु कहते ने इस नाल केवल ते केवल हंकार टुटेगा, होर कुछ नहीं। ये जे आखे ना कि नाम दा मुल है, मैनू मिल जाएगा, मुल कोई नहीं। हंकार टुटेगा, तेनू इन्ना पता लग जाएगा कि मेरा किया कशु ना होए, कर है राम होए हैं सोए, मेरे कीतियां कुछ नहीं होना। ये दुनिया च कुछ हो रहा है, ਉਹ ਜੋ ਹੋ ਰਿਹਾ ਨਾ ਉਸ ਵਿੱਚ ਮੈਂ ਵੀ ਹੋ ਰਿਹਾ। ਇਹ ਹਰ ਸਤ ਪੁਰਸ਼ ਨੇ ਜਿਨ੍ਹਾਂ ਸਤ ਪ੍ਰਾਪਤ ਕਰ ਲਿਆ, ਉਹਨਾਂ ਨੇ ਕਿਹਾ ਸੱਜਣਾ ਇੱਕ ਗੱਲ ਯਾਦ ਰੱਖ, ਕਰਮ ਹੋ ਰਿਹਾ ਤੇਰੇ ਕੋਲੋਂ ਵੀ ਹੋ ਰਿਹਾ, ਇੱਕ ਕੰਮ ਕਰਨ ਵਾਲਾ ਕਰਤਾ ਨਾ ਬਣੀ। ਕਰਤਾ ਕੇਵਲ ਤੇ ਕੇਵਲ ਇੱਕ ਨੂੰ ਰਹਿਣ ਦੇ, ਜਿਹਨੂੰ ਕਿਹਾ ਕਰਤਾ ਪੁਰਖ।
ਤੂੰ ਤੇ ਉਸ ਦੇ ਹੱਥ ਦੀ ਕੱਠ ਪੁਤਲੀ ਐ, ਡੋਰੀ ਉਸ ਦੇ ਹੱਥ ਵਿੱਚ ਹੈ। ਬੇਸ਼ੱਕ ਤੂੰ ਆਖੇ ਮੇਰੀ ਗੁੱਡੀ ਆਕਾਸ਼ ਵਿੱਚ ਚੜੀ ਹੈ, ਚੜੀ ਰਵੇ, ਜੇ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ। ਗੁੱਡੀਆਂ ਚੜ੍ਹਦੀਆਂ ਵੀ ਨੇ, ਟੁੱਟ ਜਾਂਦੀ ਹੈ ਡੋਰ ਤੇ, ਰੁੱਖਾਂ ਨਾਲ ਛਾਪਿਆਂ ਝੜੀਆਂ ਹੁੰਦੀਆਂ ਨੇ, ਫਿਰ ਗੁੱਡੀ ਕਿੱਧਰ ਗਈ? ਬੰਦੇ ਕਿਸ ਗੱਲ ਦਾ ਗੁਮਾਨ? ਪਰਮਾਤਮਾ ਕਰ ਰਿਹਾ, ਜੋ ਕੁਛ ਉਹ ਕਰ ਰਿਹਾ ਵਿੱਚ ਤੂੰ ਵੀ ਕਰ ਰਿਹਾ। ਅਭਿਮਾਨ ਇਹ ਹੈ, ਇੱਕ ਪ੍ਰਮਾਣ ਮੈਂ ਨਿਰੰਤਰ ਦਿੰਦਾ ਰਹਿਣਾ, ਅੱਜ ਵੀ ਦੇ ਦਿਆਂ। ਜੇਕਰ ਪੁੱਛਿਆ ਜਾਏ ਨਾ ਇਹ ਧਰਤੀ ਕਿਸ ਨੇ ਬਣਾਈ, ਆਖਾਂਗੇ ਰੱਬ ਨੇ। ਆਸਮਾਨ, ਇਹ ਹਵਾ ਪਾਣੀ ਕਿਸ ਨੇ ਬਣਾਇਆ? ਪ੍ਰਮਾਤਮਾ ਨੇ। ਹਰ ਇੱਕ ਇਹੋ ਆਖੇਗਾ। ਤੇ ਫਿਰ ਇਹ ਧਰਤੀ ਹੈ ਕਿਸ ਦੀ? ਆਖਾਂਗੇ ਪ੍ਰਮਾਤਮਾ ਦੀ। ਤੇ ਆ 5 ਮਰਲੇ ਦਾ ਪਲਾਟ ਕਿਹਦਾ? ਇਹ ਮੇਰਾ। ਕਮਾਲ ਹੈ ਕਿ ਧਰਤੀ ਸਾਰੀ ਦੀ ਸਾਰੀ ਰੱਬ ਦੀ ਬਣਾਈ, ਉਸ ਨੇ ਹਉਮੈ ਛੱਡਦੀ ਏ ਬੰਦੇ ਨੂੰ। ਆਹ ਘਰ ਮੇਰਾ ਜਿੱਥੇ 4 ਇੱਟਾਂ ਲੱਗੀਆਂ ਨੇ, ਇਹ ਵੀ ਰੱਬ ਦਾ ਕਿਉਂ ਨਹੀਂ ਕਹਿੰਦਾ? ਜੇ ਧਰਤੀ ਰੱਬ ਦੀ ਹੈ ਤੇ ਫਿਰ ਤੇ ਪਲਾਟ ਵੀ ਰੱਬ ਦਾ, ਫਿਰ ਤੇ ਕੋਠੀ ਵੀ ਰੱਬ ਦੀ ਹੈ, ਫਿਰ ਤੇ ਸਭ ਕੁਝ ਪਰਮਾਤਮਾ ਦਾ ਹੈ। ਬੰਦੇ ਕਿਸ ਗੱਲ ਦਾ ਗੁਮਾਨ ਕਰਨਾ? ਜਬ ਲਗ ਮੇਰੀ ਮੇਰੀ ਕਰੈ तब लग काज एक नहीं सरੈ, जब मेरी मेरी मिट जाए तब प्रभ काज सवारै आए। ਇੱਥੇ ਕਹਿੰਦੇ ਨੇ ਪੂਰਾ ਵਪਾਰੀ ਕੌਣ? ਜਿਸ ਦੇ ਕੋਲ ਸੌਦਾ ਖਰਾ ਹੋਵੇ। ਤੇ ਸੌਦਾ ਖਰਾ ਕਿਹੜਾ? ਨਾਮ ਦਾ। ਤੇ ਮਿਲਦਾ ਕਿਵੇਂ ਹੈ? ਜਿਸੇ ਨਿਵਾਜੈ ਸੋ ਜਨ ਸੂਰਾ। ਜਿਸ ਨੂੰ ਨਿਵਾਜਣ ਦਾ ਅਰਥ ਹੁੰਦਾ ਸਨਮਾਨਿਤ ਕਰਨਾ। ਗੁਰੂ ਅਮਰਦਾਸ ਜੀ ਦੇ ਸੰਬੰਧ ਵਿੱਚ ਜਿਹੜੀ ਸਾਧ ਅਸੀਂ ਪੜ੍ਹਦੇ ਹਾਂ, ਉੱਥੇ ਇੱਕ ਬਚਨ ਲਿਖਿਆ, ਮਿੱਤ ਪੈਂਜੈ ਮਿੱਤ ਬਿਗਸੈ ਜਿਸ ਮਿੱਤ ਕੀ ਪੈਜ ਭਾਵੈ। ਤੁਸੀਂ ਵਿਚਾਰ ਦੇਖੋ ਪੁੱਤ ਭਾਈ ਅਰ ਸਤਿਗੁਰੂ ਪੈਣਾ ਹੋਵੇ। ਇੱਕ ਮਿੱਤਰ ਨੂੰ ਸਨਮਾਨ ਮਿਲਦਾ ਹੋਵੇ, ਸਿਰੋਂ ਪਾ ਮਿਲਦਾ ਹੋਵੇ, ਤੇ ਦੂਸਰਾ ਮਿੱਤਰ ਰੋਣ ਵਾਸਤੇ ਬਹਿ ਜਾਵੇ। ਹੱਦ ਹੋ ਗਈ। ਸੱਜਣ ਹੈ ਕਿ ਦੁਸ਼ਮਣ ਹੈ? ਉਹਨੂੰ ਤੇ ਮਾਣ ਮਿਲਦਾ ਪਿਆ ਤੇ ਰੋਣ ਵਾਸਤੇ ਬੈਠ ਗਏ। ਕਹਿੰਦੇ ਨੇ ਮੈਨੂੰ ਤੇ ਰੱਬ ਸਿਰੋਂ ਪਾਉ ਦੇ ਰਿਹਾ, ਮੈਨੂੰ ਰੱਬ ਸਨਮਾਨਿਤ ਕਰ ਰਿਹਾ, ਤੇ ਤੁਸੀਂ ਰੋਣ ਵਾਸਤੇ ਪਰਿਵਾਰ ਸਾਰਾ ਬੈਠ ਕੇ। ਮਤ ਮੈਂ ਪਿੱਛੇ ਕੋਈ ਰੋਵ ਸੇ ਸੋ ਮੈਂ ਮੋਲ ਨਾ ਪਾਇਆ, ਉਹ ਮੈਨੂੰ ਚੰਗਾ ਨਹੀਂ ਲੱਗਣਾ। ਖੁਸ਼ ਹੋਵੋ, ਤੁਹਾਡਾ ਬਜ਼ੁਰਗ ਰੱਬ ਉਹਨੂੰ ਸਨਮਾਨ ਦੇ ਰਿਹਾ। ਸਨਮਾਨ ਜਿਹੜਾ ਮਤ ਸਮਝੇ ਬੰਦਾ ਮੇਰੀ ਕਰਨੀ ਨਾਲ, ਮੇਰੀ ਲਿਆਕਤ ਨਾਲ ਮਿਲਦਾ। ਤਰੇਗਾ ਉਹ ਜਿਹੜਾ ਸਮਝੇ ਪ੍ਰਮਾਤਮਾ ਦਿੰਦਾ, ਉਸ ਦੀ ਬਖਸ਼ਿਸ਼ ਹੈ। ਇੱਕ ਪੰਕਤੀ ਕੋਈ ਸ਼ੱਕ ਨਹੀਂ ਰਹਿਣ ਦੇਵੇਗੀ। ਹੁਕਮੇ ਉੱਤਮ ਨੀਚ। ਹੁਕਮ ਨਾਲ ਹੀ ਕੋਈ ਉੱਤਮ ਹੁੰਦਾ ਤੇ ਹੁਕਮ ਨਾਲ ਹੀ ਨੀਚ ਹੁੰਦਾ। ਜਿਸ ਨੂੰ ਨੀਚ ਬਣਾਉਣਾ ਹੋਵੇ ਨਾ, ਉਸਨੇ ਉਸ ਕੋਲੋਂ ਕੁਝ ਕਰਮ ਐਸਾ ਕਰਵਾ ਦਿੰਦਾ ਲੋਕੀ ਮੂੰਹ ਤੇ ਥੁੱਕ ਦੇਣ। ਉਹ ਕਿਵੇਂ? ਕਹਿੰਦੇ ਨੇ ਜੇ ਤੇ ਉਹਨੇ ਸ਼ੋਭਾ ਦੇਣੀ ਹੈ, ਜਿਸ ਨੂੰ ਆਪ ਖੁਆਏ ਕਰਤਾ। ਸਪਸ਼ਟ ਹੋ ਗਈ ਪੰਕਤੀ, ਖੁਆਏ ਖੁਆਰ ਕਰਨਾ ਹੋਵੇ। ਜਿਸ ਨੂੰ ਆਪ ਖੁਆਏ ਕਰਤਾ ਕੀ ਕਰਦਾ? ਖੁਸ ਲਏ ਚੰਗਿਆਈ। ਉਹਦੇ ਕੋਲੋਂ ਚੰਗਿਆਈ ਖੋਹ ਲੈਂਦਾ। ਜਿਹੜਾ ਮੂੰਹੋਂ ਬਚਨ ਨਿਕਲਦਾ ਬੁਰਾ, ਜੋ ਕੰਮ ਕਰਦਾ ਬੁਰਾ, ਬੁਰਾਈਆਂ ਬੁਰਾਈਆਂ ਹੁੰਦੀਆਂ ਨੇ, ਉਸ ਨੂੰ ਸਨਮਾਨ ਕਿੱਥੇ? ਤੇ ਜਿਸ ਨੂੰ ਵਡਿਆਈ ਦੇਣੀ ਹੋਵੇ, ਉਹਦੇ ਕੋਲੋਂ ਸ਼ੁਭ ਕੰਮ ਕਰਾਉਂਦਾ। ਉਹ ਮਿੱਠਾ ਮਿੱਠਾ ਬੋਲਦਾ, ਉਹ ਨੇਕੀ ਦੇ ਕੰਮ ਕਰਦਾ, ਉਹ ਹਰ ਇੱਕ ਦਾ ਭਲਾ ਮੰਗਦਾ, ਉਹਦੀ ਵਡਿਆਈ ਵਡਿਆਈ। ਇਹ ਕੌਣ ਕਰਾਉਂਦਾ? ਹੁਕਮੀ ਉੱਤਮ ਨੇਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੇ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਏ। ਉਹ ਹਉਮੈ ਦੀ ਗੱਲ ਨਹੀਂ ਕਰਦਾ। ਸੂਰਮਾ ਕੌਣ ਆ? ਸੂਰਮੇ ਦੀ ਵਿਆਖਿਆ ਕੀਤੀ। ਇੱਕ ਤੇ ਸੂਰਾ ਉਹ ਹੈ ਜਿਹੜਾ ਰਣ ਭੂਮੀ 'ਚ ਜਾਂਦਾ, ਜੂਝਦਾ, ਲੜਦਾ, ਜਿੱਤ ਕੇ ਆਉਂਦਾ ਜਾਂ ਸ਼ਹੀਦ ਹੁੰਦਾ। ਦੋ ਹੀ ਗੱਲਾਂ।
ਜਾਂ ਤੇ ਉਹ ਸ਼ਹੀਦ ਹੁੰਦਾ ਜਾਂ ਜਿੱਤ ਕੇ ਆਉਂਦਾ। ਇੱਕ ਸੂਰਮਾ ਇਹ ਹੈ ਜਿਸ ਨੂੰ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕੋਈਤ ਹੈ ਸੂਰਾ। ਆਤਮ ਜਿਨੈ ਮਨ ਨੂੰ ਜਿੱਤਦਾ, ਆਤਮ ਜਿਨੈ ਸਗਲ ਵਸ ਤੰਕੈ ਜੰਕ ਸਤਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ ਸ਼ਰਨੀ ਪਾਵਨ, ਨਾਮ ਧਿਆਵਨ ਸਹਿ ਸਮਾਵਨ ਸੰਗ। ਜਿਸੇ ਨਿਵਾਜੈ ਸੋ ਜਨ ਸੂਰਾ ਰਹਾਓ, ਹਰ ਚਰਨੀ ਜਾਂਕਾ ਮਨ ਲਾਗਾ। ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਖੋਜੀ ਸੱਜਣ ਜਿਹੜੇ ਕੋ ਲੱਭਣਾ ਚਾਹੁੰਦੇ ਹੋਣ ਕਿੱਥੇ ਹੈ, 194 ਅੰਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਏਮਾਨ ਹੈ। ਫਰਮਾ ਰਹੇ ਨੇ ਹਰ ਚਰਨੀ ਜਾਂਕਾ ਮਨ ਲਾਗਾ। ਪ੍ਰਤੀਕ ਕੁਛ ਚੁਣੇ ਨੇ, ਪ੍ਰਤੀਕਾਂ ਨੂੰ ਨਾ ਸਮਝਦੇ ਹੋਏ ਨਾ ਸਾਡਾ ਧਿਆਨ ਇਹ ਸਰੀਰ ਦੇ ਚਰਨਾਂ ਵੱਲ ਹੀ ਜਾਂਦਾ। ਪਰਮਾਤਮਾ ਤੇ ਨਿਰਗੁਣ ਸਰੂਪ ਹੈ, ਉਸ ਦਾ ਤੇ ਸਰੀਰ ਕੋਈ ਨਹੀਂ, ਫਿਰ ਚਰਨ ਕਿਹੜੇ ਹੋਏ? ਕਹਿੰਦੇ ਨੇ ਚਰਨਾਂ ਦਾ ਅਰਥ ਹੈ ਉਸ ਦਾ ਆਸਰਾ, ਉਸ ਦਾ ਸਹਾਰਾ, ਉਸ ਦੀ ਟੇਕ। ਉਸ ਦੀ ਟੇਕ ਲੈ ਲਈ। ਵੈਸੇ ਵੀ ਨਾ ਜਿਹਨੂੰ ਕਹਿੰਦੇ ਆ ਜੀ ਤੁਹਾਡੇ ਚਰਨਾਂ ਦਾ ਆਸਰਾ, ਉਹ ਆਸਰਾ ਇਹ ਹੀ ਹੁੰਦਾ ਕਿ ਉਹ ਕੋਈ ਕੰਮ ਕਰ ਦਿੰਦਾ, ਵੇਲੇ ਸਿਰ ਕੰਮ ਆਉਂਦਾ ਹੈ, ਕਹਿੰਦੇ ਆ ਤੁਹਾਡਾ ਹੀ ਸਹਾਰਾ, ਤੁਹਾਡਾ ਹੀ ਆਸਰਾ। ਬਾਕੀ ਆਸਰੇ ਤੇ ਕੱਚੇ ਨੇ, ਪਤਾ ਨਹੀਂ ਅੱਜ ਕੋਈ ਟੇਕ ਦੇਵੇਗਾ, ਕੱਲ ਨੂੰ ਦੇਵੇ ਜਾਂ ਨਾ ਦੇਵੇ। ਬੰਦੇ ਦਾ ਮਨ ਬਦਲ ਜਾਂਦਾ, ਮਾਈਂਡ ਚੇਂਜ ਹੁੰਦਿਆਂ ਕੋਈ ਪਤਾ ਨਹੀਂ ਲੱਗਦਾ। ਇੱਕ ਪੰਕਤੀ ਮੈਂ ਪੜ੍ਹ ਰਿਹਾ ਸਾਂ ਤੇ ਧਿਆਨ ਆਇਆ, ਜਿਹੜਾ ਆਖਣ ਜ਼ੋਰ ਚੁੱਪੈ ਨਾ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਤੁਹਾਨੂੰ ਆਪਣੀ ਹੱਡਬੀਤੀ ਸੁਣਾਵਾਂ। ਇੱਕ ਭਿਖਾਰੀ ਨੂੰ ਵੇਖਿਆ, ਦੋਵਾਂ ਮੋਢਿਆਂ ਤੋਂ ਬਾਹਾਂ ਕੱਟੀਆਂ, ਤੇ ਮਨ 'ਚ ਧਿਆਨ ਆਇਆ ਕਿ ਇਹਨੂੰ ਕੁਛ ਦੇਣਾ ਚਾਹੀਦਾ। ਦੋਵਾਂ ਦੀਆਂ ਬਾਹਾਂ ਕੱਟੀਆਂ ਨੇ। ਲੋ ਮੈਂ ਆਵਾਜ਼ਾਂ ਮਾਰਦਾ ਰਹਿ ਗਿਆ ਗੱਡੀ ਤੇ, ਨੋਟ ਕੱਢ ਕੇ ਉਹ ਹੋਰ ਪਾਸੇ ਤੁਰ ਗਿਆ। ਮੈਂ ਕਿਹਾ ਵਾਹ ਪਾਤਸ਼ਾਹ, ਦੇਣ ਨਾ ਜ਼ੋਰ। ਦੇਣਾ ਚਾਹੁੰਦੇ ਆ ਤਾਂ ਵੀ ਨਹੀਂ ਦੇ ਸਕਦੇ। ਕਈ ਵਾਰੀ ਕਿੱਥੇ ਜਾਂਦੇ ਆ ਮੰਗਾਂਗੇ, ਨਹੀਂ ਮਨ ਹੀ ਨਹੀਂ ਕਰਦਾ, ਉਸੇ ਤਰ੍ਹਾਂ ਵਾਪਸ ਆ ਜਾਂਦੇ ਆ ਕਿ ਕੀ ਆਖਣਾ। ਚਲੋ ਇਹ ਆਖਣ ਜ਼ੋਰ ਚੁੱਪੇ ਨਾ ਜੋ। ਕਈ ਵਾਰੀ ਕੁਛ ਕਹਿਣਾ ਚਾਹੁੰਦੇ ਆ ਨਹੀਂ ਕਹਿ ਸਕਦੇ, ਚੁੱਪ ਰਹਿਣਾ ਚਾਹੁੰਦੇ ਆ, ਉੱਥੇ ਗੱਲਾਂ ਹੋ ਜਾਂਦੀਆਂ, ਬੋਲ ਲੈਂਦੇ ਆ ਜਿਨ੍ਹਾਂ ਨਾਲ ਨੁਕਸਾਨ ਹੀ ਹੋ ਜਾਏ। ਨਹੀਂ ਸੀ ਕਹਿਣਾ ਚਾਹੀਦਾ ਲੇਕਿਨ ਕਹਿ ਦਿੰਦੇ ਆ, ਸਾਡੇ ਵਾਸਤੇ ਗੱਲ ਨਹੀਂ। ਇਹ ਸਭ ਕੁਛ ਡੋਰੀ ਉਸ ਦੇ ਹੱਥ ਵਿੱਚ ਹੈ, ਉਸੇ ਦੇ ਆਸਰੇ ਨੂੰ ਕਹਿੰਦੇ ਆ ਚਰਨੀ ਲੱਗਣਾ। ਹਰ ਚਰਨੇ ਜਾਂਕਾ ਮਨ ਲਾਗਾ। ਜਾਂਕਾ ਜਿਸ ਦਾ ਮਨ ਲੱਗ ਗਿਆ, ਭਾਵ ਉਸ ਦੇ ਸਹਾਰੇ ਨਾਲ ਜਿਹੜਾ ਜੁੜ ਗਿਆ। ਦੁੱਖ ਦਰਦ ਬ੍ਰਹਮ ਤਾਂਕਾ ਭਾਗਾ। ਉਸ ਦਾ ਦੁੱਖ, ਉਸ ਦਾ ਦਰਦ, ਉਸ ਦਾ ਭਰਮ। ਇਹ ਭਰਮ ਜਿਹੜਾ ਨਾ ਬੜੀ ਬੁਰੀ ਬਿਮਾਰੀ ਜੇ, ਸਾਰਿਆਂ ਨਾਲੋਂ ਜ਼ਿਆਦਾ। ਛੋਟਾ ਜਿਹਾ ਦ੍ਰਿਸ਼ਟਾਂਤ ਕਹਾਂ। ਇੱਕ ਸੱਜਣ ਵਿਦੇਸ਼ ਗਿਆ ਤੇ ਪੱਕੇ ਹੁੰਦਿਆਂ, PR ਹੁੰਦਿਆਂ ਕਈ ਵਾਰ ਬੜਾ ਟਾਈਮ 16 ਸਾਲ ਲੱਗ ਗਏ। ਬੱਚੇ ਵੀ ਜਵਾਨ ਹੋ ਗਏ। 16 ਸਾਲਾਂ ਬਾਅਦ ਘਰ ਆਇਆ ਤੇ ਛੋਟਾ ਨਗਰ ਕੋਈ 100 ਘਰ ਰੱਦੇ ਪੱਕੇ ਦਾ ਪਤਾ ਹੁੰਦਾ ਗੁਆਂਢ ਕੀ ਹੋਇਆ। ਉਹ ਲੋਕੀ ਆਉਣ ਤੇ ਜਿਹੜਾ ਆਏ ਨਾ ਆਉਂਦਿਆਂ ਆਖੇ ਤੂੰ ਠੀਕ ਹੈ, ਤੂੰ ਰਾਜੀ ਖੁਸ਼ੀ ਹੈ। ਉਹਨੂੰ ਹੈ ਸੀ ਭਰਮੀ ਥੋੜਾ। ਪਤਨੀ ਨੂੰ ਕਹਿਣ ਲੱਗਾ ਕੋਈ ਮੈਨੂੰ ਬਿਮਾਰੀ ਹੈ ਜ਼ਰੂਰ, ਕਿਉਂਕਿ ਜਿਹੜਾ ਆਉਂਦਾ ਉਹ ਹੀ ਪੁੱਛਦਾ ਤੂੰ ਠੀਕ ਹੈ, ਤੂੰ ਠੀਕ ਹੈ। ਉਹ ਘਰ ਘਰ ਗਈ ਤੇ ਕਹਿਣ ਲੱਗੀ ਮੇਰੇ ਵੀਰੋ 16 ਸਾਲਾਂ ਬਾਅਦ ਪਤੀ ਘਰ ਆਇਆ ਤੇ ਇਹਨੂੰ ਬਿਮਾਰੀ ਹੈ ਭਰਮ ਦੀ, ਤੇ ਤੁਸੀਂ ਇੰਜ ਕਰਿਆ ਕਰੋ ਕੋਈ ਨਾ ਆਓ ਪੁੱਛਣ ਵਾਸਤੇ। ਲੋਕੀ ਬੰਦ ਹੋ ਗਏ। ਕਹਿਣ ਲੱਗੀ ਹੁਣ ਤੇ ਠੀਕ ਹੈ ਨਾ, ਕੋਈ ਨਹੀਂ ਪੁੱਛਣ ਆਉਂਦਾ। ਕਹਿਣ ਲੱਗੇ ਨਹੀਂ, ਬਿਮਾਰੀ ਐਡੀ ਖਤਰਨਾਕ ਹੈ, ਡਰਦੇ ਨਹੀਂ ਆਉਂਦੇ ਕਿ ਸਾਨੂੰ ਵੀ ਨਾ ਲੱਗ ਜਾਏ। ਭਰਮੀ ਬੰਦੇ ਦਾ ਕੀ ਕਰੋਗੇ? ਹਰ ਪਾਸੇ ਹੀ ਜਿਹੜਾ ਹੈ ਉਹਨੇ ਕੋਈ ਨਾ ਕੋਈ ਰਸਤਾ ਕੱਢ ਲੈਣਾ। ਨਾ ਐਸੇ ਬੰਦੇ ਨੂੰ ਨੀਂਦ ਆਵੇ, ਨਾ ਐਸਾ ਬੰਦਾ ਖਾ ਸਕੇ। ਭਰਮ ਜਿਹੜਾ ਨਾ ਭਟਕਣਾ। ਵੈਸੇ ਪਾਗਲ ਵੀ ਜਿਹਨੂੰ ਕਹਿੰਦੇ ਉਹ ਪਤਾ ਕੀ ਹੈ,
ਇੱਕ ਵਿਚਾਰ ਗੋਲ ਗੋਲ ਦਿਮਾਗ 'ਚ ਘੁੰਮਦੀ ਹੈ। ਵਿਚਾਰ ਤੁਹਾਨੂੰ ਕੋਈ ਵੀ ਆ ਜਾਏ ਨਾ, ਜੇ ਉਸਦਾ ਸਮਾਧਾਨ ਨਹੀਂ, ਯਾਦ ਰੱਖੋ ਰਾਤ ਨੀਂਦਰ ਨਹੀਂ ਆਉਣੀ, ਸਾਰੀ ਰਾਤ ਜਾਗਦਿਆਂ ਲੰਘ ਜਾਏਗੀ, ਲਗਾਤਾਰ ਉਹ ਨੀਂਦਰ ਬੰਦਾ ਪਾਗਲ ਹੋ ਜਾਏਗਾ। ਇਹ ਭਰਮ ਜਿਹੜਾ ਐਸੀ ਬਿਮਾਰੀ ਹੈ, ਤੇ ਗੁਰੂ ਕਿਰਪਾ ਕਰੇ ਤੇ ਮੁਕਾਏ। ਅੱਜ ਜਿਹੜਾ ਕਹਿੰਦੇ ਡਿਪਰੈਸ਼ਨ, ਟੈਨਸ਼ਨ ਹੈ ਜੀ ਦਿਮਾਗ ਤੇ, ਹੋਰ ਹੈ ਕਿ ਇਹੋ ਕੁਛ ਹੈ। ਕਲ ਵਿਚਾਰ ਕਹਤੇ ਸੇ ਚਿੰਤਤ ਹੀ ਦੀਸਾ ਸਭ ਕੋ, ਹਰ ਬੰਦਾ ਚਿੰਤਾ ਵਿੱਚ। ਚੇਤਾ ਏਕ ਤਹੀਂ ਸੁਖ ਹੋਏ, ਉਸ ਚਿੰਤਾ ਨੂੰ ਛੱਡ ਕੇ ਸ਼ੁਰੂ ਕਰ ਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਲੈ ਸ਼ਬਦ ਦਾ ਆਸਰਾ। ਜਿਉ ਮੰਦਰ ਕੋ ਥਾਮੈ ਥੰਮਣ, ਤਿਉ ਗੁਰ ਕਾ ਸ਼ਬਦ ਮਨੈ ਅਸਥੰਮਣ। ਥੰਮੀ ਦੇ ਤਾਂ ਕਿ ਮਨ ਟਿਕ ਜਾਏ ਤੇ ਭਰਮ ਤੇਰਾ ਪਿੱਛਾ ਛੱਡ ਜਾਏ। ਹਰ ਚਰਨੀ ਜਾਂਕਾ ਮਨ ਲਾਗਾ, ਦੁਖ ਦਰਦ ਭ੍ਰਮ ਤਾਂਕਾ ਭਾਗਾ। ਹਰ ਧਨ ਕੋ ਵਪਾਰੀ ਪੂਰਾ, ਪੂਰਾ ਵਪਾਰੀ ਉਹ ਹੈ ਜਿਹੜਾ ਨਾਮ ਧਨ ਦਾ ਵਪਾਰੀ ਹੈ। ਜਿਸੇ ਨਿਵਾਜਿਆ, ਇਹ ਤੇ ਹੁਣ ਰੱਬ ਜਿਸ ਨੂੰ ਨਿਵਾਜੇ, ਸਨਮਾਨਿਤ ਕਰੇ, ਬਖਸ਼ਿਸ਼ ਕਰੇ, ਸੋ ਜਨ ਸੂਰਾ ਰਹਾਓ। ਜਾਂਕੋ ਭਏ ਕਿਰਪਾਲ ਗੁਸਾਈ। ਜਾਂਕੋ ਦਾ ਅਰਥ ਹੁੰਦਾ ਜਿਸ ਨੂੰ, ਜਿਸ ਤੇ ਮਾਲਕ। ਗੁਸਾਈ ਦਾ ਅਰਥ ਹੁੰਦਾ ਮਾਲਕ। ਮਾਲਕ ਜਿਸ ਉੱਤੇ ਕਿਰਪਾਲ ਹੋ ਗਿਆ, ਜਿਸ ਨੂੰ ਕਿਰਪਾ ਬਖਸ਼ਿਸ਼ ਉਸ ਤੇ ਮਿਲ ਗਈ, ਉਸ ਕਿਰਪਾ ਬਖਸ਼ਿਸ਼ ਦਾ ਪ੍ਰਗਟਾਵਾ ਕੀ ਹੈ? ਜਿਸ ਤੇ ਕਿਰਪਾ ਹੋ ਜਾਏ। ਜਾਂ ਕੋ ਭਾਏ ਕਿਰਪਾਲ ਗੁਸਾਈ, ਸੇ ਜਨ ਲਾਗੇ ਗੁਰ ਕੇ ਭਾਈ। ਉਹ ਜਨ, ਉਹ ਰੱਬ ਦੇ ਬੰਦੇ ਗੁਰੂ ਦੀ ਚਰਨੀ ਲੱਗ ਜਾਂਦੇ ਨੇ। ਕੇਵਲ ਸਤਿਗੁਰੂ ਦਾ ਆਸਰਾ। ਘਰੋਂ ਬਾਹਰ ਨਿਕਲਦੇ ਨੇ, ਉਂਝ ਨਹੀਂ, ਪਹਿਲੋਂ ਅਰਦਾਸ ਕਰਨਗੇ, ਅਰਦਾਸ ਕਰਕੇ ਸਰਦਲ ਤੋਂ ਘਰ ਤੋਂ ਕਦਮ ਬਾਹਰ ਰੱਖਣਗੇ। ਜਿਹੜਾ ਵੀ ਕੰਮ ਕਰਨਾ ਕੀਤਾ ਲੋੜੀਏ ਕੰਮ, ਸੋ ਹਰ ਪੈ ਆਖੀਐ। ਪਰਮਾਤਮਾ ਅੱਗੇ ਜੋਦੜੀ ਕਰਕੇ, ਅਰਦਾਸ ਕਰਕੇ ਹਰ ਕਾਰਜ ਜਿਹੜਾ ਉਹ ਸ਼ੁਰੂ ਕਰਨਗੇ, ਕਿਉਂਕਿ ਉਹ ਗੁਰੂ ਦੀ ਚਰਨੀ ਲੱਗੇ ਨੇ। ਆਸਰਾ ਸਤਿਗੁਰੂ ਦਾ ਹੈ। ਸੁਖ ਸਹਿਜ ਸ਼ਾਂਤ ਆਨੰਦਾ, ਉਸ ਜੀਵਨ ਵਿੱਚ ਸੁਖ ਹੁੰਦਾ। ਇਹ ਕਿਹੜਾ ਸੁਖ? ਇਹ ਤਨ ਦਾ ਹੀ ਸੁਖ ਨਹੀਂ। ਇਸ ਸੁਖ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਨੇ ਕੀਤਾ। ਮਾਈ ਮੇਰਾ ਮਨ ਕੋ ਸੁਖ, ਤੇ ਸੁਖ ਐਸਾ ਕੋਟ ਆਨੰਦ, ਕਰੋੜਾ ਆਨੰਦ। ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਨ ਸਹਿ ਸਭ ਦੁੱਖ। ਰੱਬ ਨੂੰ ਯਾਦ ਕੀਤਿਆਂ ਸਾਰੇ ਦੁੱਖਾਂ ਦਾ ਨਾਸ ਹੋ ਗਿਆ। ਮੈਂ ਕਰੋੜਾਂ ਰਾਜ ਪਾ ਲਏ, ਕਰੋੜਾਂ ਆਨੰਦ ਮੈਨੂੰ ਮਿਲ ਗਿਆ। ਉਹਨਾਂ ਨੂੰ ਵਾਕਿਆ ਹੀ ਮਨ ਵਿੱਚ ਕੋਈ ਇੱਛਾ ਹੀ ਨਹੀਂ ਰਹਿ ਜਾਂਦੀ, ਖਾਸ਼ ਹੀ ਨਹੀਂ ਰਹਿ ਜਾਂਦੀ। ਛੋਟਾ ਜਿਹਾ ਇੱਕ ਪ੍ਰਮਾਣ ਦੇਵਾਂ। ਜੇਕਰ ਅਸੀਂ ਕਿਸੇ ਦੇ ਅੱਗੇ ਇੰਜ ਹੱਥ ਕਰ ਦਿੱਤਾ, ਦੇਵੇ ਭਾਵੇਂ ਨਾ ਦੇਵੇ, ਸਾਰ ਕਿਤਾਬਲੀ 'ਚ ਗੱਲ ਬੜੀ ਸੁੰਦਰ ਲਿਖੀ ਹੈ। ਛੂਮ ਧਣੀ, ਇੱਕ ਹੋਵੇ ਧਣੀ ਤੇ ਹੋਵੇ ਛੂਮ। ਇਹ ਕੰਜੂਸਪਣਾ ਜਿਹੜਾ ਹੈ ਨਾ, ਇਹ ਬੰਦੇ ਨੂੰ ਕੰਗਾਲ ਬਣਾ ਦਿੰਦਾ, ਭਾਵੇਂ ਉਹ ਬਰਪਤੀ ਕਿਉਂ ਨਾ ਹੋਵੇ। ਛੂਮ ਧਣੀ, ਧਨ ਕੀ ਕਣੀ, ਦੇ ਭਾਵੇਂ ਨਾ ਦੇ, ਉਹਦੀ ਮਰਜ਼ੀ ਹੈ ਦੇਵੇ ਜਾਂ ਨਾ ਦੇਵੇ। ਮਾਨ, ਮਾਨ ਦਾਨ, ਜਿਹੜੇ ਕਹਿੰਦੇ ਨੇ ਮਾਨ ਦਾਨ ਹਿਤ, ਮਾਨ ਕੋ ਮਾਨ ਹੇਤ ਸਿਰ ਲੈ ਹਿਰ ਲੈ। ਉਹ ਸਨਮਾਨਯੋਗ ਬੰਦੇ ਦਾ ਮਾਣ ਜ਼ਰੂਰ ਖੋ ਲੈਂਦਾ। ਵਾਕਿਆ ਹੀ ਇਹ ਠੀਕ ਹੈ। ਹੱਥ ਅੱਗੇ ਕਰ ਦਿੱਤਾ, ਭਿਖਾਰੀ ਤੇ ਬਣ ਗਏ ਨਾ। ਤੇ ਜੇ ਹੱਥ ਤੇਰਾ ਪਿੱਛੇ ਹੈ, ਫੇਰ ਤੂੰ ਭਿਖਾਰੀ ਨਹੀਂ ਬਣਿਆ। ਕਿਸੇ ਕੋਲੋਂ ਮੰਗਦਾ ਜਿਹੜਾ ਨਾ, ਮੰਗਣ ਨਾਲ ਹੀ ਭਿਖਾਰੀ ਬਣ ਗਿਆ। ਜੇ ਮੰਗਣਾ ਤੇ ਹੱਥ, ਮੈਂ ਇਹ ਨਹੀਂ ਕਹਿੰਦਾ ਨਾ ਕਰੋ, ਕਰੋ, ਮੰਗੋ, ਜ਼ਰੂਰ ਮੰਗੋ, ਪਰ ਇੱਕ ਥਾਂ ਤੋਂ ਮੰਗੋ, ਪਰਮਾਤਮਾ ਕੋਲੋਂ ਹੀ ਮੰਗੋ, ਗੁਰੂ ਕੋਲੋਂ ਮੰਗੋ। ਬਾਕੀ ਥਾਵਾਂ ਤੇ ਬੜਾ ਸੁੰਦਰ ਕਿਹਾ,
कि लोग तिघार कहे मांगत जन मांगत मान ना पाया। गुरु नानक देव जी का बचन है। लोग फटकारां पाउंदे, भिखारी नूं कहंदे ने चल अगे। लोग तिघार कहे मांगत जन मांगत मान ना पाया, पर मैं तेरे दर ते आया, मैं मंगया तू ते मैनू शहनशाह बना दिता। मैनू कीर्तन की दात दे दी, मैनू नाम की दात दे दी। दातिया दुनिया नू कहांगा जे मंगना, मंगना तां सच एक जिस तुस देवै आप। मंगना मंगन नीका, नीका दा अर्थ हुंदा चंगा। मंगना मंगन नीका, हर जस गुर ते मंगना। परमात्मा दा यस ये मंगना परमात्मा कोलों, जिन्हें ये मंगया उत्थे सुख ने। माई मेरे मन को सुख, कोट आनंद राज सुख भोगवै, हर सिमरत बिन से सब दुख। सुख सहज, सहज एक अवस्था है, देती ते परमात्मा ने धुरों ही है, लेकिन गवा बैठे हैं। बंदा प्रभाव नाल जी रहा है, सुभाव नाल नहीं। दूसरे किवें खुश होंदे ने, ਇਹਦਾ ਗਿਆਨ ਜਿਹੜਾ ਹੈ ਕਿੱਥੋਂ ਸ਼ੁਰੂ ਹੋਇਆ ਹੈ ਤੇ ਲੈ ਕੇ ਸੰਸਾਰ ਤੇ ਕੀ ਆਇਆ ਹੈ, ਥੋੜੇ ਮਿੰਟਾਂ 'ਚ ਵਿਚਾਰ ਕਰਾਂਗਾ। ਲੈ ਕੇ ਤੇ ਆਇਆ ਰੋਣਾ। ਜੰਮਦੇ ਬੱਚੇ ਨੇ ਕੀ ਕੀਤਾ, ਕੀ ਲੈ ਕੇ ਆਇਆ, ਰੋਣਾ ਹੀ ਲੈ ਕੇ ਆਇਆ ਨਾ। ਰੋਇਆ ਤੇ ਪਹਿਲਾਂ ਮੰਗਿਆ ਕੀ ਹੈ, ਕੋਈ ਗਿਆਨ ਨਹੀਂ ਮੰਗਿਆ, ਹੋਰ ਕੋਈ ਲੋਭ ਲਾਲਚ ਨਹੀਂ। ਦੁੱਧ ਪਹਿਲੇ ਪਿਆਰ ਲੱਗਾ, ਥਣ ਦੁੱਧ पहले भुख लैके आए, संसार च लैके आए हैं भुख। ते माता ने जदों रोया, जदों रोंदा वो दुध दे देंदी है। ते इहदे हाथ एक गोरे आ गया कि अलार्म है, रो पवो ते उसे वेले दुध मिल जांदा। हुण इहदी लोड़ पूरी हो गई। जीवन विच ना लोड़ां मुकदियां ने, ना रोना मुकदा। सारी उमर ही रोने ही रोने, मंगदा ही मंगदा। ज्ञान ते शुरू होया, फिर दूसरा दुईया माए बाप की सुध, इथों ज्ञान शुरू हो गया। ये माँ है, ज्ञान का अर्थ है जानना। ये माँ है, ये बाप है, ये मेरी भैन है, ये मेरा भरा है। अगों पढ़दा पढ़दा करदा करदा ये सोचन लग पिया कि भैन किवें खुश होंदी है, कि वो करां। माँ किवें खुश होंदी है, बाप किवें खुश होंदा, गुआढ़ी किवें खुश होंदे ने, समाज किवें खुश होंदा। बस दूसरिਆਂ ਨੂੰ खुश ਕਰਨ वास्ते तुर पिया। ये भुल ही गया कि मेरा सहज की है, मैनू परमात्मा ने की दे के भेजिया। असल विच सहज वो है जो तेरा सुभाव है। सुभाव के बारे एक गल होर कहां, क्योंकि इत्थे आके ना कई बारी अद्धा जिहड़ा ज्ञान है ना बड़ा खतरनाक है। कहते ने हाफ नॉलेज जिहड़ा वैरी डेंजरस, बड़ा ये खतरनाक है। अद्धा ज्ञान ज्ञान पूरा ही होवे ते तां। मैनू एक विद्वान की गल याद आई। वो कहते ने मुल्ला ने मसीत च वाज फरमा रहा सी ते कहन लगा, मोमनो मत पढ़ो नमाज। तो एक ने इन्नी कि सुन के ज्यों दौड़िया, कहन लगा मुल्ला ने नमाज़ां मुआफ़ कर दित्तियां, मत पढ़ो नमाज, कोई लोड़ नहीं मसीते जाण दी। हुण मसीत वेली वो आया, कहन लगा तुहाडी मत मारी गई, दोज़ख नूं जाना जे, नमाज पढ़न नहीं आए। आ मुल्ला जी आ गवा जे कोल, क्योंकि तुसीं आखिया मत पढ़ो नमाज। कहन लगा एक कमला दौड़ गया, अद्धी गल सुन के अगली तो सुनी ने। मैं आखिया सी मोमनो मत पढ़ो नमाज, बिना वजू किए हथ पैर धोत्या बगैर नमाज ना पढ़ो। हुण गल पूरी हो गई ना। उन्हें समझ ली ओनी कि मोमनो मत पढ़ो नमाज। मैं ये बेनती कर रहा सा तुहाडे चरनां विच कि सतगुरु पातशाह जी ने जो फरमाया ना, उन्होंने कहा ज्ञान जिहड़ा है ये पूरा हो जावे ते ये सुखदाई है। ये ठीक है कि सहज जिहड़ा है
ਇਹ ਤੇਰਾ ਸੁਭਾਵ ਹੈ। ਤੇ ਹੁਣ ਸੁਭਾਵ ਤੇਰਾ ਕੀ ਹੈ? ਇੱਕ ਬੰਦਾ ਆਖੇਗਾ ਸ਼ਰਾਬ ਪੀਣੀ ਮੇਰਾ ਸੁਭਾਵ ਹੈ, ਜੂਆ ਖੇਲਣਾ ਮੇਰਾ ਸੁਭਾਵ ਹੈ, ਇਹ ਮੇਰਾ ਨਹੀਂ। ਇਹ ਸੁਭਾਅ ਨਹੀਂ। ਸੁਭਾਅ ਉਹ ਹੈ ਜਿਸ ਵਿੱਚ ਅਸੀਂ 24 ਘੰਟੇ ਰਹਿ ਸਕੀਏ। ਇੱਕ ਬੰਦਾ 24 ਘੰਟੇ ਕ੍ਰੋਧੀ ਰਹਿ ਸਕਦਾ? ਨਹੀਂ ਨਾ ਰਹਿ ਸਕਦਾ। ਕਿੰਨਾ ਚਿਰ ਕਰੇਗਾ? ਥੋੜਾ ਚਿਰ ਕ੍ਰੋਧ ਕਰੇ ਸਿਰ ਦੁਖਣ ਲੱਗ ਪਏਗਾ। ਇਹ ਤੇਰਾ ਸੁਭਾਵ ਨਹੀਂ। ਬੰਦਾ ਕਾਮੀ ਕਿੰਨਾ ਚਿਰ ਰਹਿ ਸਕਦਾ? 24 ਘੰਟੇ ਰਹਿ ਸਕਦਾ? ਨਹੀਂ, ਇਹ ਤੇਰਾ ਸੁਭਾਵ ਨਹੀਂ। ਹਾਂ, ਤੂੰ ਪ੍ਰੇਮੀ 24 ਘੰਟੇ ਰਹਿ ਸਕਣਾ, ਪ੍ਰੇਮ ਤੇਰਾ ਸੁਭਾਵ ਹੈ। ਸ਼ਾਂਤ 24 ਘੰਟੇ ਰਹਿ ਸਕਣਾ, ਇਹ ਤੇਰਾ ਸੁਭਾਵ ਹੈ। ਤੇਰਾ ਸੁਭਾਵ ਤੇ ਉਹ ਸੀ ਜੋ ਪ੍ਰਮਾਤਮਾ ਦਾ ਸੁਭਾਵ ਹੈ। ਤੂੰ ਤੇ ਪ੍ਰਮਾਤਮਾ ਵਾਂਗੂ ਰਹਿਣਾ ਸੀ। ਇਸੇ ਲਈ ਕਿ ਉਹਨੂੰ ਕਿਹਾ ਸਹਿਜ। ਸਹਿਜ ਦਾ ਅਰਥ ਹੈ ਰੱਬ ਹੋ ਜਾਣਾ, ਪ੍ਰਮਾਤਮਾ ਹੋ ਜਾਣਾ। ਤੇ ਹੋਣਾ ਕਿਵੇਂ ਹੈ? ਪ੍ਰਮਾਤਮਾ ਮੇਰੀ ਮੁੱਠ 'ਚ ਆ ਜਾਏ, ਪ੍ਰਮਾਤਮਾ ਮੇਰੇ ਮਗਰ ਚੱਲੇ, ਇਹਦੇ ਇਹ ਅਰਥ ਕੱਢ ਲੈਣੇ ਨਹੀਂ। ਪ੍ਰਮਾਤਮਾ ਵਿੱਚ ਲੀਨ ਹੋਣਾ ਜਿਵੇਂ ਬੂੰਦ ਸਾਗਰ ਵਿੱਚ ਲੀਨ ਹੋ ਜਾਂਦੀ। ਬੂੰਦ ਆਈ, ਇੱਕ ਹਿਸਾਬ ਨਾਲ ਮਿਟ ਗਈ। ਕਹਿੰਦੇ ਰੱਬ ਨੂੰ ਪਾਉਣਾ ਤੇ ਸਿਰ ਤਰ ਤਲੀ ਗਲੀ ਮੇਰੀ ਆਓ। ਬੂੰਦ ਮੁੱਕ ਗਈ, ਬੂੰਦ ਮਿਟ ਗਈ, ਪਰ ਦੂਸਰੇ ਅਰਥਾਂ 'ਚ ਬੂੰਦ ਸਾਗਰ ਹੋ ਗਈ। ਅਸੀਂ ਹਾਂ ਉਸ ਦੀਆਂ ਬੂੰਦਾਂ, ਅਸੀਂ ਹਾਂ ਉਸ ਤੋਂ ਉੱਠੀਆਂ ਲਹਿਰਾਂ। ਲੇਕਿਨ ਭਟਕ ਜਾਂਦੇ ਆ ਦੁਨੀਆ ਨੂੰ ਖੁਸ਼ ਕਰਨ ਵਾਸਤੇ। ਸਮਾਜ ਕਿਵੇਂ ਖੁਸ਼ ਹੋਵੇ, ਆ ਸੁਸਾਇਟੀ ਕਿਵੇਂ ਖੁਸ਼ ਹੋਵੇ। ਬਹੁਤ ਸੱਜਣ ਮਿਲੇ ਗਿਆਨੀ ਜੀ, ਗੱਲ ਤੁਹਾਡੀ ਠੀਕ ਹੈ, ਪਾਠ ਕਰਨਾ ਚਾਹੀਦਾ, ਨਾਮ ਜਪਣਾ ਚਾਹੀਦਾ ਹੈ, ਗੁਰਦੁਆਰੇ, ਪਰ ਸੁਸਾਇਟੀ ਨੂੰ ਹੀ ਤਾਂ ਖੁਸ਼ ਕਰਨਾ ਹੋਇਆ। ਮੈਂ ਕਿਹਾ ਕਰਦੇ ਰਹੋ, ਕਈ ਜਨਮਾਂ ਤੱਕ ਕਰਦੇ ਰਹੋ, ਇਹਨਾਂ ਖੁਸ਼ ਨਹੀਂ ਜੇ ਹੋਣਾ। ਖਾ ਪੀ ਕੇ ਸਭ ਕੁਝ ਕਰਕੇ ਅਖੀਰ ਦੀ ਬਾਕੀ ਕਹਿੰਦੇ ਨੇ ਆਹ ਨੁਕਸ ਰਹਿ ਗਏ। ਸੁਸਾਇਟੀ ਅੱਜ ਤੱਕ ਖੁਸ਼ ਕਿਸੇ ਤੇ ਹੋਈ ਹੈ? ਇਹ ਤੇ ਗੁਰੂ ਹੁੰਦਾ, ਤੂੰ ਕਰਕੇ ਵੇਖ। ਗੱਲ ਨਾਲ ਲਾ ਕੇ ਕਹਿੰਦਾ ਮੰਝ ਪਿਆਰਾ ਗੁਰੂ ਨੂੰ, ਖੁਸ਼ ਹੋ ਗਿਆ ਨਾ ਗੁਰੂ। ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ। ਮੰਝ ਗੁਰੂ ਕਾ ਬੋਥਾ ਜਗ ਲੰਘਣ ਹਾਰਾ। ਉਹਨਾਂ ਸੁਸਾਇਟੀ ਖੁਸ਼ ਨਹੀਂ ਕੀਤੀ, ਉਹਨਾਂ ਨੇ ਗੁਰੂ ਖੁਸ਼ ਕੀਤਾ। ਭਗਤ ਨਾਮਦੇਵ ਕਹਿੰਦੇ ਨੇ ਸੁਸਾਇਟੀ ਇਹ ਖੁਸ਼ ਕਰਾਂਗਾ, ਇਹਨਾਂ ਤੇ ਧੱਕੇ ਮਾਰ ਕੇ ਮੰਦਰੋਂ ਬਾਹਰ ਕੱਢ ਦਿੱਤਾ। ਇੱਕ ਨੂੰ ਕਿਉਂ ਨਾ ਖੁਸ਼ ਕਰ ਲਵਾਂ। ਹਸਤ ਖੇਲਤ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕੜੇ ਉਠਾਏ। ਰੱਬ ਨਾਲ ਸਿੱਧੀ ਗੱਲ। ਜਿਉਂ ਜਿਉਂ ਨਾਮਾ ਹਰ ਗੁਣ ਵਿਚਰੇ ਭਗਤ ਜਨਾ ਕੋ ਦਿਓਰਾ ਫਿਰੇ। ਇਹਨੂੰ ਕਹਿੰਦੇ ਨੇ ਸਹਿਜ। ਪਰਮਾਤਮਾ ਵਿੱਚ ਲੀਨ ਹੋ ਕੇ ਜਿਉਣਾ, ਰੱਬ ਵਰਗੇ ਹੋ ਕੇ ਜਿਉਣਾ। ਇੱਕ ਸ਼ਲੋਕ ਪੜ੍ਹਦੇ ਹਾਂ ਤਾਂ ਕਿ ਸੌਖਾ ਸਮਝ ਵਿੱਚ ਆ ਜਾਏ। ਕਬੀਰ ਸਾਹਿਬ ਨੂੰ ਪੁੱਛਿਆ ਕਿਸੇ, ਕਹਿਣ ਲੱਗੇ ਕਦੀ ਰੱਬ ਵੇਖਿਆ ਵੀ ਹੈ? ਸਾਨੂੰ ਦੱਸ ਰੱਬ ਨੂੰ ਕਿੱਥੇ ਲੱਭੀਏ, ਕਿਵੇਂ ਖੋਜੀਏ? ਕਹਿਣ ਲੱਗਾ ਬਿਲਕੁਲ ਨਾ ਲੱਭੋ। ਲੱਭਿਆ ਤੁਹਾਨੂੰ ਲੱਭਣਾ ਵੀ ਕੋਈ ਨਹੀਂ, ਖੋਜਿਆ ਨਹੀਂ ਜੇ ਮਿਲਣਾ ਤੇ ਕਰੀਏ ਕਿ? ਜਿੱਥੇ ਹੈ ਉਸ ਥਾਂ ਨੂੰ ਖੋਜੋ। ਕਹਿਣ ਲੱਗੇ ਉਹ ਕਿਹੜਾ? ਕਹਿਣ ਲੱਗੇ ਦਿਲ ਖੋਜ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਨਾਲ ਕਹਿ ਦਿੱਤਾ ਮੈਂ ਤੇ ਇੱਕ ਕੰਮ ਕੀਤਾ। ਲੋਕੀ ਤੀਰਥਾਂ ਤੇ ਨਹਾ ਕੇ ਤਨ ਪਵਿੱਤਰ ਕਰਦੇ ਨੇ, ਬਹੁਤ ਕੁਝ ਕਹਿੰਦੇ ਨੇ। ਮੈਂ ਤੇ ਮਨ ਗੰਗਾ ਦਾ ਨੀਰ ਬਣਾਇਆ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ। ਮੈਂ ਰੱਬ ਨਹੀਂ ਲੱਭਦਾ, ਰੱਬ ਮੈਨੂੰ ਲੱਭਦਾ ਪਿਆ। ਕਬੀਰ ਕਿੱਥੇ ਹੈ? ਪਾਛੇ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਅੰਮ੍ਰਿਤ ਦੇ ਦਾਤੇ, ਪੁੱਤਰ ਵੀ ਜਿਨ੍ਹਾਂ ਸ਼ਹੀਦ ਕਰਵਾ ਦਿੱਤੇ, ਸਭ ਕੁਝ ਸਾਡੇ ਤੋਂ ਕੁਰਬਾਨ ਕਰ ਦਿੱਤਾ। ਉਹਨਾਂ ਕਿਹਾ ਗੁਰਸਿੱਖੋ ਆਤਮ ਰਸ ਜਾਣ ਲਵੋ। ਜਿਹੜਾ ਜਾਣ ਲਵੇਗਾ ਉਹ ਸਿੱਖ ਵਿੱਚ, ਮੇਰੇ ਵਿੱਚ ਤੇ ਪ੍ਰਮਾਤਮਾ 'ਚ ਕੋਈ ਫਰਕ ਨਹੀਂ ਰਹਿ ਜਾਏਗਾ। ਉਹ ਬਚਨ ਹੈ ਆਤਮ ਰਸ ਜੇ ਜਾਣਹੀਂ, ਸੋ ਹੈ ਖਾਲਸ ਦੇਵ। ਐਵੇਂ ਖਾਲਸਾ ਨਾ ਕੋਈ ਨਾਲ ਜੋੜ ਲਵੇ। ਆਤਮ ਰਸ ਜੇ ਜਾਣਹੀਂ, ਸੋ ਹੈ ਖਾਲਸ ਦੇਵ। ਪ੍ਰਭ ਮੈਂ ਮੋਹ ਮੈਂ, ਤਾਸ ਮੈਂ ਰੰਚਕ ਨਾਹਿ ਨ ਭੇਵ। ਉਹ ਸਿੱਖ ਵਿੱਚ, ਮੇਰੇ ਵਿੱਚ, ਰੱਬ ਵਿੱਚ ਕੋਈ ਫਰਕ ਨਹੀਂ ਰਹਿ ਜਾਏਗਾ। ਗੁਰੂ ਦੇ ਬਚਨ ਇਹ ਸੱਤ ਨੇ। ਜਿਨ੍ਹਾਂ ਸਿੱਖਾਂ ਨੇ ਐਸਾ ਕੀਤਾ
ਉਹ ਗੁਰੂ ਦਾ ਰੂਪ ਹੋ ਗਏ, ਉਹ ਰੱਬ ਦਾ ਰੂਪ ਹੋ ਗਏ। ਤੀਸਰ ਰੂਪ ਗੁਰਸਿੱਖ ਹੈ ਮੋਰ, ਗੁਰਬਾਣੀ ਰਤ ਜਿਨ ਸਭੋਰ। ਪਹਿਲਾ ਰੂਪ ਨਿਰੰਕਾਰ, ਦੂਸਰਾ ਸ੍ਰੀ ਗੁਰੂ ਗ੍ਰੰਥ ਸਾਹਿਬ, ਤੀਸਰਾ ਗੁਰਸਿੱਖ ਜਿਹਦੇ ਅੰਦਰ ਬਾਣੀ ਵਸਦੀ ਹੈ। ਆਖਰੀ ਪੰਕਤੀ ਹੈ ਸ਼ਬਦ ਦੀ ਕਿ ਸੋਖ ਸਹਿਜ ਸ਼ਾਂਤ, ਉੱਥੇ ਸ਼ਾਂਤੀ ਹੈ, ਉੱਥੇ ਆਨੰਦ ਹੈ। ਆਨੰਦ ਆ ਜਾਏ ਨਾ ਤੇ ਨਿਸ਼ਾਨੀ ਇੱਕ ਦੱਸੀ ਹੈ ਵੀ ਆਨੰਦ ਕੀ ਹੈ, ਇਹ ਤੇ ਨਹੀਂ ਦੱਸਿਆ ਜਾਂਦਾ, ਨਾ ਕਿਸੇ ਗ੍ਰੰਥ ਵਿੱਚ, ਨਾ ਕਿਸੇ ਮਹਾਂਪੁਰਖ ਨੇ ਦੱਸਿਆ ਆਨੰਦ ਕੀ ਹੈ। ਪਰਿਭਾਸ਼ਾ ਕੋਈ ਨਹੀਂ, ਡੈਫੀਨੇਸ਼ਨ ਕੋਈ ਨਹੀਂ। ਫਿਰ ਨਕਾਰਾਤਮਕ ਕਿ ਉੱਥੇ ਕੀ ਕੀ ਨਹੀਂ, ਉੱਥੇ ਦੱਸਣਾ ਕੀ ਕੀ ਨਹੀਂ। ਕਹਿੰਦੇ ਨੇ ਉਸ ਥਾਂ ਤੇ ਝੋਰੇ ਕੋਈ ਨਹੀਂ, ਉਸ ਥਾਂ ਤੇ ਦੁੱਖ ਕੋਈ ਨਹੀਂ। ਜਿਵੇਂ ਆਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਇਹ ਅਵਸਥਾ ਹੈ, ਇਸੇ ਨੂੰ ਕਹਿੰਦੇ ਆ ਸਹਿਜ। ਇਹੋ ਹੈ ਸ਼ਾਂਤੀ, ਇਹੋ ਹੈ ਆਨੰਦ, ਇਹੀ ਨੇ ਸੁਖ। ਆਖਰੀ ਪੰਕਤੀਆਂ ਨੇ ਜਪ ਜਪ ਜੀਵੇ ਪਰਮਾਨੰਦਾ। ਉਹ ਰੱਬ ਦੇ ਪਿਆਰਾ ਜਪ ਜਪ ਕੇ ਪਰਮ ਆਨੰਦ ਨੂੰ, ਪ੍ਰਮਾਤਮਾ ਨੂੰ ਜਪਦਾ ਤੇ ਇਹੋ ਹੀ ਉਹਦਾ ਜੀਵਨ ਹੈ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣੇ ਔਖਾ ਸਾਚਾ ਨਾਉ। ਆਖਰੀ ਪੰਕਤੀ ਵਿੱਚ ਫਰਮਾਉਂਦੇ ਨੇ ਨਾਮ ਰਾਸ ਸਾਧ ਸੰਗ ਖਾਟੀ। ਇਸ ਵਪਾਰੀ ਨੇ ਵਪਾਰ ਕੀਤਾ ਤੇ ਖੱਟੇ ਖੱਟੇ ਆਖਰ ਕੋਈ ਮਾਰਕੀਟ, ਕੋਈ ਮੰਡੀ ਹੁੰਦੀ ਆ ਨਾ ਜਿੱਥੇ ਕੰਮ ਕਰਦੇ ਨੇ। ਕਹਿੰਦੇ ਨੇ ਸਾਧ ਸੰਗਤ ਵਿੱਚ ਆ ਕੇ, ਸਾਧ ਸੰਗਤ ਵਿੱਚ ਆ ਕੇ ਵਪਾਰ ਕੀਤਾ। ਇੱਥੇ ਨਾਮ ਦੀ ਰਾਸ ਲੈਣ ਦੇਣ ਕੀਤੇ ਤੇ ਸਾਧ ਸੰਗਤ ਵਿੱਚ ਖੱਟੀ ਖੱਟੀ। ਘਾਟਾ ਇੱਥੇ ਅੱਜ ਤੱਕ ਕਿਸੇ ਨੂੰ ਨਹੀਂ ਪਿਆ। ਇੱਥੇ ਖੱਟੀਆਂ ਹੀ ਖੱਟੀਆਂ ਨੇ, ਇੱਥੇ ਲਾਭ ਹੀ ਲਾਭ ਹੈ। ਕਹੋ ਨਾਨਕ ਪ੍ਰਭ ਅਪਦਾ ਕਾਟੀ। ਅਪਦਾ ਹੁੰਦੀ ਹੈ ਬਿਪਤਾ। ਸਭ ਤੋਂ ਵੱਡੀ ਬਿਪਤਾ ਕਿਹੜੀ ਹੈ? ਜੋ ਜਮ ਆਏ ਕੇਸ ਗਏ ਪਟਕੇ, ਤਾਂ ਦਿਨ ਕਛ ਨ ਬਸਾਹੇਗਾ। ਸਭ ਤੋਂ ਵੱਡੀ ਬਿਪਤਾ ਕਿਹੜੀ ਹੈ? ਕਰ ਜੋੜ ਨਾਨਕ ਦਾਨ ਮੰਗੈ, ਜਨਮ ਮਰਨ ਨਿਵਾਰ ਲਿਓ। ਵੱਡੀ ਤੋਂ ਵੱਡੀ ਬਿਪਤਾ ਉਸਨੇ ਕੱਟ ਦਿੱਤੇ, ਮਿਹਰ ਕੀਤੀ, ਕਿਰਪਾ ਕੀਤੀ। ਔਰ ਇਹ ਵੱਡੀ ਕਿਰਪਾ ਕੀਤੀ ਕਿਹਾ ਸਿੱਖਾ ਆਪਾਂ ਹੀ ਰਲ ਕੇ ਵਪਾਰ ਕਰਨੇ ਆ ਮੇਰੇ ਕੋਲ, ਮੇਰੇ ਨਾਲ ਵਪਾਰ ਕਰ, ਅਵਗਣ ਰੱਖ ਜਾ, ਗੁਣ ਲੈ ਜਾ। ਇਹ ਗੁਣ ਹੀ ਪ੍ਰਮਾਤਮਾ ਦੇ ਦੇਸ਼ ਵਿੱਚ ਨਾਲ ਜਾਂਦੇ ਨੇ, ਹੋਰ ਕੁਛ ਨਹੀਂ ਜਾਂਦਾ। ਹੰਕਾਰ ਤੇ ਉੱਥੇ ਜਾਂਦਾ ਨਹੀਂ। ਇਹ ਸੋਨਾ ਚਾਂਦੀ ਧਨ ਦੌਲਤ ਸੂਈ ਤੱਕ ਨਹੀਂ ਉੱਥੇ ਜਾਂਦਾ। ਜਾਂਦਾ ਤੇ ਕੀ ਜਾਂਦਾ? ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਏ ਨਾ ਸਾਕੈ ਜਾਲੈ। ਉੱਥੇ ਜਾਂਦਾ ਪ੍ਰਮਾਤਮਾ ਦਾ ਨਾਮ। ਇਹ ਖੱਟੀ ਖੱਟ ਲੈ, ਇਹ ਲੈ ਕੇ ਜਾ। ਬਸ ਇੱਥੇ ਵੀ ਸੁਖੀ, ਉੱਥੇ ਵੀ ਸੁਖੀ। ਜਿਨ੍ਹਾਂ ਨੂੰ ਰੱਬ ਨੇ ਆਪਣੇ ਨਾਲ ਮੇਲ ਲਿਆ, ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪਬ ਆਪੇ ਮੇਲੇ। ਪਾਤਸ਼ਾਹ ਸ਼ਹਿਨਸ਼ਾਹ ਬਾਲਾ ਪ੍ਰੀਤਮ ਦਾ ਕੋਟਾਨ ਕੋਟ ਸ਼ੁਕਰ, ਇਸ ਸਥਾਨ ਦਾ ਧੰਨਵਾਦ। ਗੁਰੂ ਕੇ ਵਜ਼ੀਰਾਂ ਦਾ ਜਿਨ੍ਹਾਂ ਨੇ ਬੜਾ ਪਿਆਰ ਬਖਸ਼ਿਸ਼ ਕੀਤਾ ਹੈ। ਬਾਹਰ ਖਲੋਤੇ ਸੇਵਾਦਾਰਾਂ ਤੱਕ ਹਰ ਇੱਕ ਜਿੰਨਾ ਪਿਆਰ ਨਾਲ ਮੈਨੂੰ ਮਿਲਦੇ ਨੇ, ਮੈਂ ਕਿੰਨਾ ਧੰਨਵਾਦ ਕਰਾਂ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸ਼ੁਕਰਾਨਾ,